वाहिगुरु जी का खालसा वाहिगुरु जी की फतेह। परम सत्कारयोग सतगुरां दी निघी गोद विच दूरों नेड़ियों चल करके संध्या के दीवाना का आनंद मान रहे सारे ही आप जी धनता के योग हो। जिन्हों इस जन्म विच सुभाग प्राप्त होया सतगुरां दी कथा नूं सरवण करन दा। गुर इतिहास सुनना किसी भी आम व्यक्ति के वस का काम नहीं। बहुत बड़ा सहज का जग है जिस विच नेता प्रत जुड़ के सतगुरां दे प्यार की अहुति का आनंद मानना पैंदा है। हर रोज की तरह अज भी आप एकत्र होए हाँ। आओ इस सुभागड़ी घड़ी नूं गुरु प्यार विच जुड़ के सफली बनाइए। कल शाम के प्रकरणों में आप जी ने सरवण किया सी। वक्त के नाल रुतां तब्दील होंदियां ने। रुतां ते बेशक मुड़ मुड़ आ जांदियां ने पर जीवन दीयां लंघियां ते गुजरियां घड़ियां बीतिया होया समा मुड़ कदे वापस नहीं आउंदा। गुरु नानक साहिब सच्चे पातशाह जी हर रुत नाल प्यार करते। चलदियां रुतां दे विचों हुण रुत सर्दी दी शुरू होण लगी है। आसमान साफ है पर गुरु साहब भी आसमानी रंग के बस्तर पा के रहिंदे ने। बड़ा अलग तरीके का सुभाव सतगुरां ने बनाया होया है। दीन दुनिया जिन्होंने समझ नहीं सकती जिन्होंने उन्होंने समझ आ गई वो दुनिया को समझना नहीं चाहता। इन सारे प्रकरणों को बड़े विस्तार सहित आप जी ने सरवण किया है। आओ सुरत ते ध्यान करके चलिए। राय भोए की पावन तलवंडी जिथे मेरे सतगुरु जी आप इस धरती ते विचर के दीन दुनी का उद्धार करते ने। करिए चरण वंदना पाओ प्रेम की सांझ। गज वज के आखो जी सतनाम श्री गुरु साहिब जी। सतनाम श्री साहिब जी। दोहरा सुंदर सुख मंदर प्रभु आनंद सदा मुकंद अंतर मुख वृत सर्द में कीनी मोह जग बंद। महाकवि भाई संतोख सिंह जी इस पावन प्रसंग नूं शरधा दीआं गहराइयां तो लिख रहे ते इस पवित्र कथा नूं भाई बाला जी गुरु अंगद देव महाराज जियां नूं खडूर साहिब की धरती ते सरवण करवा रहे। संगतां दी बेतहाशा भीड़ हुंदी है। जदों भाई बाला जी चौंकड़ा ला के बहिंदे ने ना चिड़ी भी फर्क दी नहीं।
ਸੁਣ ਸਵਾਦੀਆਂ ਸਿੱਖ ਸੰਗਤਾਂ ਦੀਆਂ ਤੇ ਸਤਿਗੁਰਾਂ ਦੀਆਂ ਲੱਗ ਜਾਂਦੀਆਂ ਨੇ, ਉਹ ਇੰਨੇ ਪਿਆਰ ਵਿੱਚ ਭਿੱਜ ਕੇ ਸੁਣਾਉਂਦੇ ਨੇ, ਸੁਰਤ ਨਾਲ ਹੀ ਲੈ ਜਾਂਦੇ ਆ। ਅੱਜ ਫੇਰ ਦਰਬਾਰ ਸਜਿਆ ਖਡੂਰ ਸਾਹਿਬ ਦਾ, ਗੁਰੂ ਅੰਗਦ ਦੇਵ ਮਹਾਰਾਜ ਭੂੰਜੇ ਬੈਠ ਜਾਂਦੇ ਨੇ। ਕਿੰਨਾ ਪਿਆਰ ਕਰਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ। ਸੰਗਤ ਵਿੱਚ ਬੈਠ ਕੇ ਉਹ ਕਥਾ ਸੁਣਦੇ। ਭਾਈ ਬਾਲਾ ਦੀ ਨੇਤਰ ਬੰਦ ਕਰਕੇ ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਉਂ-ਜਿਉਂ ਸਰਦੀ ਦਾ ਸਮਾਂ ਆਉਂਦਾ ਹੈ ਤਿਉਂ-ਤਿਉਂ ਅੰਤਰਮੁਖੀ ਹੋ ਰਹੇ ਨੇ। ਅੰਤਰਮੁਖ ਇਹ ਦੋ ਤਰ੍ਹਾਂ ਦੀ ਬਿਰਤੀ ਹੈ, ਦੋਨਾਂ ਦਾ ਪ੍ਰਭਾਵ, ਦੋਨਾਂ ਦਾ ਇਫੈਕਟ ਜੀਵਨ ਤੇ ਬਹੁਤ ਵੱਡਾ ਹੈ। ਜਦੋਂ ਅਸੀਂ ਬਾਹਰ ਮੁਖੀ ਹੋਵਾਂਗੇ, ਕੰਨ ਬਾਹਰ ਦੀਆਂ ਗੱਲਾਂ ਸੁਣਨਗੇ, ਅੱਖਾਂ ਬਾਹਰ ਵੇਖਣਗੀਆਂ, ਮਨ ਬਾਹਰ ਭੱਜਿਆ ਜਾਏਗਾ। ਤੇ ਜਿੱਦਣ ਬਿਰਤੀ ਅੰਤਰਮੁਖੀ ਹੋ ਗਈ, ਨੇਤਰਾਂ ਨੇ ਅੰਦਰ ਵੇਖਣਾ, ਆਪਣੇ ਆਪ ਦੀ ਖੋਜ ਕਰਨੀ ਹੈ। ਸੁਰਤ ਆਪਣੀ ਇਕਾਗਰ ਚਿੱਤ ਹੋਏਗੀ, ਕੰਨ ਆਪਣੇ ਸਰੀਰ ਦੀਆਂ ਅੰਦਰ ਦੀਆਂ ਆਵਾਜ਼ਾਂ ਸੁਣਨਗੇ, ਅੰਦਰੋਂ ਆਵਾਜ਼ ਕੀ ਆਉਂਦੀ ਹੈ। ਬੇਸ਼ੱਕ ਬਿਰਤੀਆਂ ਤੋਂ ਅਲੱਗ ਨੇ, ਪਰ ਪ੍ਰਭਾਵ ਬਹੁਤ ਗਹਿਰੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਇਸ ਰੁੱਤ ਦੇ ਵਿੱਚ ਅੰਤਰਮੁਖੀ ਹੋ ਗਏ। ਦੁਨੀਆ ਨੂੰ ਇਸ ਬਿਰਤੀ ਦੀ ਬਿਲਕੁਲ ਪਹਿਚਾਣ ਨਹੀਂ। ਚੌਪਈ ਤਹਿ ਪਾਛੀ ਬੀਦੀ ਕੁਲ ਕੀਤਾ, ਉਡੇ ਰਹੈ ਇਕਾਂਤ ਨ ਕੀਤਾ। ਬੇਦੀ ਕੁਲ ਦੇ ਮਾਲਕ ਗੁਰੂ ਨਾਨਕ ਸਾਹਿਬ ਜਿਸ ਦਿਨ ਤੋਂ ਹੁਣ ਦੁਬਾਰਾ ਉਹਨਾਂ ਨੇ ਆਪਣੀ ਬਿਰਤੀ ਨੂੰ ਅੰਤਰਮੁਖੀ ਬਣਾਇਆ ਨਾ, ਕਹਿੰਦੇ ਉਹ ਲੇਟੇ ਰਹਿੰਦੇ ਨੇ। ਪਲੰਗ ਆ ਗਿਆ, ਪਲੰਗੇ ਤੇ ਪਏ ਰਹਿੰਦੇ ਨੇ। ਭੂੰਜੇ ਥਾਂ ਮਿਲ ਜੇ, ਭੂੰਜੇ ਧਰਤੀ ਤੇ ਪਏ ਰਹਿੰਦੇ ਨੇ। ਬੇਸ਼ੱਕ ਦੁਨੀਆ ਨੂੰ ਲੱਗਦਾ ਇਹ ਲਮਲੇਟ ਹੋ ਗਏ ਨੇ, ਇਹ ਸੁੱਤੇ ਰਹਿੰਦੇ ਨੇ। ਦੁਨੀਆ ਨੂੰ ਲੱਗਦਾ, ਲੋਕਾਂ ਨੂੰ ਲੱਗਦਾ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਸੁਰਤ ਕਰਕੇ, ਸੂਖਸ਼ਮ ਸਰੀਰ ਕਰਕੇ ਦੁਨੀਆ ਦਾ ਉਧਾਰ ਕਰਨ ਚਲੇ ਜਾਂਦੇ ਨੇ। ਉਹ ਸੁਰਤ ਦਾ ਗੇੜਾ ਸੰਸਾਰ ਵਿੱਚ, ਬ੍ਰਹਿਮੰਡ ਵਿੱਚ ਹਰ ਵੇਲੇ ਲਾਉਂਦੇ ਨੇ। ਸੰਤ ਸੁਮਤ ਜਿਹੇ ਸੁਣੈ ਬਿਲੋਕੈ, ਐ ਜਾਣੈ ਕਬ ਕਬ ਤਜਿਓ ਕਹਿ। ਕਦੇ ਕਦੇ ਇਸ ਅਵਸਥਾ ਨੂੰ ਛੱਡ ਕੇ ਸਤਿਗੁਰ ਜੀ ਸੰਤਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਜਾਂਦੇ ਨੇ। ਕਿਤੇ ਕਿਤੇ ਸਾਧੂ ਲੋਕ ਆ ਜਾਂਦੇ ਆ। ਹੁਣ ਸਾਧੂਆਂ ਦੇ ਘਰ ਨਹੀਂ ਹੁੰਦੇ, ਟਿਕਾਣੇ ਨਹੀਂ ਹੁੰਦੇ, ਉਹ ਤੁਰਦੇ ਫਿਰਦੇ ਰਹਿੰਦੇ ਨੇ ਧਰਤੀ ਤੇ, ਕਿਉਂਕਿ ਸਾਰੀ ਧਰਤੀ ਉਹਨਾਂ ਦੀ। ਜਦੋਂ ਬਾਣੀ ਨੂੰ ਪੜ੍ਹਦੇ ਆ ਨਾ, ਧੁਰ ਕੀ ਬਾਣੀ ਨੇ ਬੜੇ ਪਿਆਰ ਵਿੱਚ ਬੜਾ ਸੋਹਣਾ ਬੋਲਿਆ, ਸਗਲੀ ਧਰਤੀ ਸਾਧਕੀ ਤਸ ਕਰ ਵੈਸਹਿ ਗਾਹੇ। ਕਹਿੰਦੇ ਆ ਸਾਰੀ ਧਰਤੀ ਸਾਧੂਆਂ ਦੀ ਹੈ, ਦੱਬੀ ਚੋਰਾਂ ਠੱਗਾਂ ਨੇ ਹੋਈ ਹੈ। ਤਸਕਰ ਨਾਮ ਚੋਰ ਦਾ ਹੈ, ਤੇ ਤਸਕਰ ਕਿਹਨੂੰ ਕਿਹਾ ਹੈ? ਸੋ ਤਸਕਰ ਜੋ ਨਾਮ ਨਾ ਲੇਵੈ ਵਸਹਿ ਕੋਟ ਪਚਾਸਾ। ਉਹ ਰੱਬ ਦਾ ਚੋਰ ਆ ਜਿਹੜਾ ਭਗਤੀ ਨਹੀਂ ਕਰਦਾ। ਕਿਉਂਕਿ ਮਾਂ ਦੇ ਪੇਟ ਵਿੱਚ ਬੱਚਾ ਸੌਹਾਂ ਖਾ ਕੇ ਆਇਆ ਸੀ। ਹਰ ਪਲ ਤੈਨੂੰ ਚੇਤੇ ਕਰੂੰ, ਇੱਕ ਵਾਰ ਜਨਮ ਦੇ ਦੇ, ਇਸ ਨਰਕ ਵਿੱਚੋਂ, ਇਸ ਅੱਗ ਵਿੱਚੋਂ, ਇਸ ਗੰਦਗੀ ਚੋਂ ਕੱਢ ਲੈ। ਤੇ ਕਹਿੰਦੇ ਰੱਬ ਦਾ ਚੋਰ ਬਣ ਗਿਆ। ਇਸ ਕਰਕੇ ਸਤਿਗੁਰੂ ਕਹਿੰਦੇ ਧਰਤੀ ਤੇ ਸਾਧੂਆਂ ਦੀ ਸੀ, ਦੱਬੀ ਚੋਰਾਂ ਦੀ ਹੋਈ ਹੈ। ਬੇਸ਼ੱਕ ਧਰਤੀ ਸਾਰੀ ਸਾਧੂਆਂ ਦੀ ਹੈ, ਰਹਿੰਦੇ ਉਹ ਕਿਸੇ ਪੱਕੇ ਟਿਕਾਣੇ ਤੇ ਨਹੀਂ ਹੁੰਦੇ। ਕਹਿੰਦੇ ਉਹਨਾਂ ਸਾਧੂਆਂ ਨੇ ਆਉਣਾ ਜਿਹੜੇ ਬਾਣ ਪ੍ਰਸਤ ਸਨ, ਉਦਾਸੀਨ ਸਨ। ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਦੀ ਸੰਗਤ ਕਰਨ ਜਾਂਦੇ ਆ, ਆਪਣਾ ਆਪ ਛੁਪਾ ਕੇ ਰੱਖਦੇ ਆ, ਕਦੇ ਅਹਿਸਾਸ ਨਹੀਂ ਕਰਾਉਂਦੇ ਅਸੀਂ ਕੌਣ ਹਾਂ। ਕਰਤ ਸਦਾ ਸੰਤਨ ਕੀ ਸੰਗਤ, ਨਹਿ ਬੈਠੇ ਅਗਿਆਨਤ ਪੰਗਤ। ਆਮ ਲੋਕਾਂ ਦੀ ਸੰਗਤ ਵਿੱਚ ਸਤਿਗੁਰ ਨਹੀਂ ਬਹਿੰਦੇ, ਜਦ ਵੀ ਬਹਿੰਦੇ ਨੇ ਸਾਧੂਆਂ ਦੇ ਸੰਗ ਵਿੱਚ ਬਹਿੰਦੇ, ਉੱਥੇ ਬੋਲਦੇ ਵੀ ਨੇ, ਸੁਣਦੇ ਵੀ ਨੇ, ਸੁਣਾਉਂਦੇ ਵੀ ਨੇ। ਪਰ ਜਿੱਥੇ ਕੋਈ ਅਨਾੜੀ ਬੰਦਾ ਆ ਕੇ ਬਹਿ ਜੇ, ਕੋਈ ਸੰਸਾਰੀ ਦੁਨੀਆਦਾਰ ਬੰਦਾ ਬਹਿ ਜੇ, ਗੁਰੂ ਸਾਹਿਬ ਗੂੰਗੇ ਬਹਿਰੇ ਬਣ ਕੇ ਬਹਿ ਜਾਂਦੇ। ਸੰਸਾਰ ਨਾਲ ਨਹੀਂ ਬੋਲਦੇ, ਚੇਤੀ ਨਹੀਂ ਲਾਉਂਦੇ, ਕਿਉਂਕਿ ਦੁਨੀਆ ਚਿੱਤ ਪਰਚਾਉਣ ਵਾਸਤੇ ਨਹੀਂ ਹੈ। ਇਹ ਤੇ ਜੱਗ ਦਾ ਤਮਾਸ਼ਾ, ਨਾ ਕੋਈ ਨਾਲ ਆਇਆ ਤੇ ਨਾ ਕਿਸੇ ਜਾਣਾ। ਕੱਲੇ ਆਏ ਆ, ਕੱਲੇ ਤੁਰ ਜਾਣਾ।
बेशक इस गल नूं सारी दुनिया जानदी, कल्ले आए कल्ले जाना, पर इत्थे मनुख महफिलां सजाई फिरदा है। गुरु नानक साहब महाराज उन्हां महफिलां तो दूर रहिंदे ने। अनाड़ी लोग, अज्ञानी लोग, जिन्हां कोल रब दी गल कोई नहीं, उन्हां दे पास बैठदे नहीं। निरंकार की कीरत गाथा करें सुनें तिन सोहित साथा। साधुआं दे नाल जाके सतगुर जी निरंकार दी महिमा गाउंदे ने, परमेश्वर दी महिमा करदे ने। कहंदे भाई देवी देवते सारे सत्कारयोग ने, पर ये रब नहीं हन। जद आपां बाणी पढ़दे आ ना, अज 21वीं सदी चलदी है, सन भी 2021 चलदा है, पर दुनिया फिर उन्हां भंबल भूसियां च फिरदी है जिहड़े अज तो 100 500 1000 साल पहलां चलदे सी। गल्लां बातां करके असीं एडवांस बड़े आ, पर रवायतां करके अज भी इट्टां ते पत्थरां नूं ही पूजदे आ। ते गुरु साहब ने इन्ना समा पहले ही कहता सी साधुआं नूं समझाउणा, कहंदे शरीर नाल क्यों चित लाया है, क्यों देवी देवतियां दी पूजा करदे फिरदे हो भाई, वो भी ते बेचारे जूनां विच तुरे फिरदे। जिहड़ा आप जून दे विच है तैनूं कित्थों तारूगा, जो आप जमदा मरदा तैनूं जम्मण मरण तो कित्थों बचा लूगा। नित पढ़दे हो भरमे सुर नर देवी देवा, ऊट सिधारे कर मुर जन सेवा। सतगुरां दी बाणी कहंदे उठ के तुर जाना सारियां ने, ते सेवा कराउण वाले भी जाणगे ते सेवा करन वाले भी जाणगे, रहना ते किसी ने नहीं है। गुरु नानक साहब महाराज जी इन्हां बचनां नूं सुन के साधु बड़े प्रभावित हुंदे आ, क्योंकि सतगुर सिर्फ ओदी गल करदे आ जिहने दुनिया साजी है, जिहने निरंकार बनाया है। दुनिया दे बड़े धर्म ने जी, हज़ारां धर्म ने संसार दे, जिन्हां दे विचों 1600 वड्डे धर्म ने, पर सारियां दे विचों सिख धर्म अलग क्यों ने? क्योंकि सिख धर्म पर्टिकुलर किसी व्यक्ति की पूजा का जिक्र नहीं करता। सतगुर किसी देवी देवते पीर पैगंबर औलिए अवतार नाल नहीं जोड़ते। मर्द कहंदे असीं ते उहनूं मनदे आ भाई जिन्हें संसार बनाया है, असीं किसी काल नूं भी नहीं मनदे। काल ते समय, सिख समय की पूजा करता है, मौत की पूजा करता है। दुनिया काल मनदी है, शिव जी नूं की सिख मनदा है जी? बाणी पढ़ो सतगुर की कहते हैं, मैं ना गणेश प्रथम मनाऊं किसन विसन कब हूं नह त्याऊं, कान सुने पहचान न तिन सो, लिब लागी मोरी पागे न सो। महाराज कहते सारे सत्कारयोग ने, मैं किसे विष्णु नूं, मैं किसे कृष्ण नूं जानदा भी नहीं, कौन आ गणेश मेरे कन भी पहचान दे नहीं। आखो सतनाम, इति आप काल दे वधे होए आ। गुरु नानक जी दे पुजारी है, बड़ी दुनिया सवाल कर दी, अज तक किसी को सवाल का जवाब नहीं आता छेती छेती भी गुरु नानक का गुरु कौन है। ये बड़ी बार उठा सवाल, बड़िया ने कहा दसणगे सतगुर अगे जाके मेरा रब कौन है, मेरा सतगुर कौन है, मेरा गुरु कौन है। अज गुरु नानक साहब महाराज कहते भाई जिन्हें खंड ब्रह्मांड विश्व साजे है, जो काल का अकाल है, जिन्हें काल बनाया है, सतगुरु की गल करते हैं। तो जो ये गल साधु महापुरख सुनते हैं ना, कुर्बान हो जाते हैं भी असी तो एक दूजे की पूजा, ब्रह्मे ने शिव जी को मत्था टेकता, शिव जी ने विष्णु को टेकता, विष्णु फिर ब्रह्मे को भज गया, कहता वो वड्डा, ब्रह्मा कहता शिव वड्डा। गली गेड़ा ना, एक दूजे पिछे भजे फिरी जाना, पर वड्डा कौन है? मर्द कहते जा वड्डा निरंकार ते जा फिर उहदे प्यारे ने, सो वड्डा जिन राम लिव लाई, जिहदी रब नाल अंदर दी प्रीत जुड़ी है, साची प्रीत हम तुमसे जुड़ी, वो वड्डा है। किसी जात मजहब धर्म विचों होवे, कहंदी मर्द दा ये उपदेश इन्नी छोटी उम्र विच सुन के साधु दंग रह जाते हन। रीत ब्रकतन की चित तारे, तजे जंजर सोहत संसारी। गुरु साहब ने जिहड़ा लिबास बनाया ना अपने शरीर का, वो विरकतां वाला बनाया होया। विरकत, विरकत किहनूं कहंदे आ? जिहड़ा कहंदा मैं खून का रिश्ता ही रखदा कोई नहीं। रकत नाम खून दा है, बेनाम नहीं है, जिहदा खून का नाता ही कोई नहीं। वो बड़े साधु ऐसे हुंदे आ
धी पुत्र भैन भरा मां बाप मित्र सजन कोई मेरा नहीं। बिरध तो कहते ते वो कौन ने जी? जिवें सन्यासी हो जाते हैं। पर सन्यासी वो ने जिन्होंने सब कुछ पहला हंडाया छड्ड के सन्यास ले लिया। बिरधत ਜਿਹੜੇ ਦੁਨੀਆ ਦੇ ਜੰਜਾਲ ਨੂੰ ਛੱਡ ਜਾਂਦੇ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਅੱਜ ਲਿਬਾਸ ਕਰਕੇ ਬਿਰਧਤ ਸਾਧੂ ਬਣ ਗਏ। ਪਰ ਉਹ ਰੱਬ ਹੈ। ਮਤਾ ਸੋਚਿਓ ਕਿਤੇ ਸਾਧੂ ਨੇ, ਸਾਧੂ ਅਤੇ ਸੰਤ ਬੜੀਆਂ ਛੋਟੀਆਂ ਪੋਸਟਾਂ ਨੇ ਰੱਬ ਅੱਗੇ, ਕਿਉਂਕਿ ਇਹ ਤੇ ਉਹਦੇ ਪਿਆਰੇ ਆ। ਇਹ ਤੇ ਭਗਤੀ ਕਰਕੇ ਕੋਈ ਵੀ ਬਣ ਸਕਦਾ ਸਾਧੂ, ਕੋਈ ਵੀ ਸੰਤ ਮਹਾਂਪੁਰਖ ਬਣ ਸਕਦਾ, ਸੱਜਣ ਬਣ ਸਕਦਾ, ਪਰ ਰੱਬ ਤੇ ਕਿਸੇ ਤੋਂ ਨਹੀਂ ਬਣਿਆ ਜਾਣਾ। ਕਰੋੜਾਂ ਸਾਧੂ ਇਕੱਠੇ ਹੋ ਕੇ ਰੱਬ ਨਹੀਂ ਬਣਾ ਸਕਦੇ। ਰੱਬ ਜਿਹਨੂੰ ਚਾਹੇ ਸਾਧੂ ਬਣਾ ਸਕਦਾ ਹੈ, ਬ੍ਰਹਮ ਗਿਆਨੀ ਬਣਾ ਸਕਦਾ। ਗੁਰੂ ਸਾਹਿਬ ਬਰਕਤ ਬਣ ਕੇ ਰਹਿੰਦੇ ਆ। ਮਾਇਆ ਦਾ ਜੰਜਾਲ, ਪਰਿਵਾਰ ਦਾ ਜੰਜਾਲ, ਇਹਦਾ ਮੋਹ ਹੀ ਤਿਆਗ ਦਿੱਤਾ। ਤਿਆਗਣ ਦਾ ਸ਼ਬਦ ਤੇ ਸਾਡੇ ਲਈ ਹੈ। ਹੁਣ ਤਿਆਗਿਆ ਤੇ ਉਹ ਨਹੀਂ ਹੁੰਦਾ ਜਿਹਨੇ ਪਹਿਲਾਂ ਮੋਹ ਕੀਤਾ ਹੋਵੇ। ਪਰ ਕਵੀ ਕਹਿੰਦੇ ਗੁਰੂ ਸਾਹਿਬ ਦੇ ਅੰਦਰ ਪਹਿਲੇ ਦਿਨ ਤੋਂ ਹੀ ਦੁਨੀਆ ਵਾਸਤੇ ਮੋਹ ਮਾਇਆ ਨਹੀਂ। ਬੈਸ ਗੋਤ ਧਨ ਜਾਤ ਸਮਾਨਾ, ਬਚਨ ਸੁਣਨ ਕੀ ਜਿਨ ਰੁਚ ਨਾਨਾ। ਗੁਰੂ ਸਾਹਿਬ ਦੀ ਜਿਹੜੀ ਬਿਰਤੀ ਹੈ, ਬਿਰਤਾਂ ਦੀ ਬਿਰਤੀ ਕਿਹੜੀ ਹੁੰਦੀ ਹੈ? ਧਨ ਕੀ ਹੈ, ਦੌਲਤ ਕੀ ਹੈ, ਕਿੱਥੋਂ ਮਿਲੇਗੀ, ਮੇਰੇ ਕੋਲ ਕਿਉਂ ਨਹੀਂ, ਇਹ ਚੀਜ਼ਾਂ ਨਹੀਂ। ਜਾਤ ਕੀ ਦੀ ਵੱਡੀ ਹੈ, ਜਾਤ ਕੀ ਦੀ ਛੋਟੀ ਹੈ, ਮੈਂ ਕੀ ਲੈਣਾ। ਗੋਤ ਕਿਹਦਾ ਮਹਾਨ ਹੈ। ਬੇਸ਼ੱਕ ਅੱਜ ਆਪਾਂ ਸਿੱਖ ਬਣੇ ਹੋਏ ਆ, ਸਾਡੇ ਅੰਦਰੋਂ ਜਾਤਾਂ ਦਾ ਕੂੜ ਅੱਜ ਵੀ ਨਹੀਂ ਗਿਆ। ਇੱਕ ਕੌੜਾ ਸੱਚ ਹੈ। ਬੇਸ਼ੱਕ ਮੈਂ ਵੀ ਕਿਉਂ ਨਾ ਹੋਵਾਂ, ਕਿਤੇ ਨਾ ਕਿਤੇ ਮਨ ਦੇ ਅੰਦਰ ਜਾਤ ਦਾ ਮਾਣ ਸਾਡੇ ਵੀ ਬੈਠਾ ਹੈ। ਤੇ ਜਿਸ ਦਿਨ ਇਹ ਮਾਣ ਖਤਮ ਹੋਣਾ ਹੈ, ਅਸਲੀ ਸਿੱਖ ਤੇ ਬਣਨਾ ਹੀ ਉਦਣ। ਗੁਰੂ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜਾਤ ਗੋਤ ਬੈਸ, ਬੈਸ ਨਾਮ ਉਮਰ ਦਾ ਹੈ। ਕਹਿੰਦੀ ਉਮਰਾਂ ਦਾ ਕੋਈ ਮਾਣ ਨਹੀਂ ਹੈ। ਕਾਹਦਾ ਮਾਣ ਹੈ? ਕੋਈ ਆਖੇ ਤੂੰ ਬੁੱਢਾ ਤੇ ਮੈਂ ਜਵਾਨ ਹੈ, ਮੈਂ ਬੱਚਾ, ਉਮਰਾਂ ਦਾ ਭਰੋਸਾ। ਕਈ ਵਾਰ ਬੁੱਢੇ ਬੈਠੇ ਰਹਿੰਦੇ 100-100 ਸਾਲ ਵਾਲੇ ਤੇ 20-20 ਸਾਲ ਵਾਲੇ ਤੁਰ ਜਾਂਦੇ ਆ। ਕਾਹਦਾ ਮਾਣ ਹੈ? ਕਿਸ ਚੀਜ਼ ਦਾ ਮਾਣ ਹੈ? ਗੁਰੂ ਸਾਹਿਬ ਨੇ ਸਾਰਾ ਛੱਡਤਾ, ਫਿਰਕਾ ਪ੍ਰਸਤ। ਮਾਣ ਕਾਹਦਾ ਕਰਨਾ ਹੈ? ਧਨ ਕਿੱਥੋਂ ਆਉਣਾ ਹੈ, ਕਿਵੇਂ ਕਮਾਉਣਾ ਹੈ, ਜਾਤ ਕਿਹਦੀ ਵੱਡੀ ਹੈ, ਜ਼ਮੀਨ ਕਿਹਦੇ ਕੋਲੇ ਹੈ, ਮਾਇਆ ਕਿਹਦੇ ਕੋਲੇ ਹੈ, ਕੌਣ ਕਿੰਨਾ ਚੰਗਾ, ਕੌਣ ਕਿੰਨਾ ਮਾੜਾ। ਕਹਿੰਦੇ ਇਹ ਗੱਲਾਂ ਸੁਣਦੇ ਹੀ ਨਹੀਂ। ਦੁਨੀਆ ਦੀਆਂ ਗੱਲਾਂ ਚਾਹੀਦੀ ਗੱਲਾਂ ਹੁੰਦੀਆਂ। ਸੰਸਾਰ ਕੀ ਨੂੰ ਕਹਿੰਦੇ? ਸੰਸਾਰ 'ਚ ਦੋ ਗੱਲਾਂ ਨੇ, ਜਿੱਥੇ ਮਰਜ਼ੀ ਬਹਿ ਜਾਓ। ਇੱਕ ਪੈਸਾ ਕਿਸੇ ਰੂਪ 'ਚ ਹੋ ਸਕਦਾ ਹੈ, ਇੱਕ ਤੇ ਮਾਇਆ ਬਹੁਤ ਵੱਡੀ ਹੈ, ਤੇ ਦੂਜਾ ਰਿਸ਼ਤੇਦਾਰੀ। ਦੋ ਦੇ ਸਿਆਪੇ ਨੇ ਸਾਰੀ ਜ਼ਿੰਦਗੀ ਭੁਗਤਣੇ ਪੈਂਦੇ ਆ। ਜੇ ਪੈਸਾ ਤੇ ਰਿਸ਼ਤੇਦਾਰ ਹੈ, ਜੇ ਰਿਸ਼ਤੇਦਾਰ ਆ ਤੇ ਫਿਰ ਪੈਸਾ ਨਹੀਂ। ਆਖੋ ਸਤਿਨਾਮ। ਕਿਤੇ ਨਾ ਕਿਤੇ ਦੁਨੀਆ ਮਾਇਆ ਕਰਕੇ ਘੁੰਮ ਰਹੀ ਹੈ। ਮਾਇਆ ਛੱਡ ਕੇ ਨੰਗ ਹੋ ਕੇ ਬਹਿ ਜਾਓ। ਮੈਂ ਕਹਿੰਦਾ ਜੇ ਸਗੇ ਧੀ ਪੁੱਤ ਵੀ ਘਰੇ ਬਾੜ ਲੈਣ, ਬਾਕੀ ਤੇ ਗੱਲਾਂ ਛੱਡ ਦਿਓ। ਮਾਇਆ ਕਰਕੇ ਕੱਪੜੇ ਨੇ, ਮਾਇਆ ਕਰਕੇ ਪਦਾਰਥ ਨੇ। ਗੁਰੂ ਸਾਹਿਬ ਨੇ ਸਾਰੀਆਂ ਚੀਜ਼ਾਂ ਦਾ ਹੀ ਆਸ ਛੱਡੀ ਹੋਈ ਹੈ। ਕਵੀ ਲਿਖ ਰਹੇ ਨੇ ਇੱਥੇ, ਭਾਈ ਬਾਲਾ ਜੀ ਸੁਣਾ ਰਹੇ ਨੇ, ਕਹਿੰਦੇ ਮਰਦ ਨੇ ਧਨ ਦੌਲਤ ਸੰਸਾਰ ਸਿਸ਼ਟਾਚਾਰ ਤਿਆਗ ਦਿੱਤਾ। ਇਸ ਕਰਕੇ ਫਰਕ ਨਹੀਂ ਪੈਂਦਾ ਲੋਕਾਂ ਦੀਆਂ ਗੱਲਾਂ। ਫਰਕ ਤੇ ਤਾਂ ਪੈਣਾ ਜੇ ਲੋਕਾਂ ਵਰਗੇ ਹੋਣਗੇ। ਜਿਹਨੇ ਲੋਕਾਂ ਵਰਗਾ ਹੀ ਨਹੀਂ ਹੋਣਾ, ਉਹਨੂੰ ਕੀ ਫਰਕ ਹੈ? ਉਹਦੇ ਬਾਰੇ ਕੌਣ ਕੀ ਕਹਿੰਦਾ? ਕੋਈ ਫਰਕ ਨਹੀਂ। ਜਿਸ ਵੇਲੇ ਗੁਰੂ ਸਾਹਿਬ ਨੇ ਸਭ ਛੱਡਿਆ, ਕਹਿੰਦੇ ਵੱਡੇ ਵੱਡੇ ਸਾਧੂ ਲੋਕ ਇਹਨਾਂ ਤੋਂ ਸਿੱਖਿਆ ਲੈਣ ਲੱਗੇ ਵੀ ਇੰਨੀ ਛੋਟੀ ਉਮਰ ਦੇ ਵਿੱਚ ਕਿਵੇਂ ਕੋਈ ਵਿਰਾਗਤ ਹੋ ਸਕਦਾ ਏ। ਬੈਸ ਹੈ ਪਾਸ ਆਨ ਕਰ ਸੋ, ਬਾਲਪਨੇ ਮਹਿ ਖੇਲਤ ਜੋ। ਸਤਿਗੁਰਾਂ ਦੇ ਉਹ ਮਿੱਤਰ ਆਉਂਦੇ ਬਚਪਨ ਵਾਲੇ, ਮਿਲਣ ਵਾਸਤੇ, ਖੇਡਣ ਵਾਸਤੇ, ਜਿਨ੍ਹਾਂ ਨਾਲ ਗੁਰੂ ਸਾਹਿਬ ਧੂਮ ਮਚਾਉਂਦੇ ਸੀ, ਕਦੇ ਨੱਚਦੇ ਸੀ, ਟੱਪਦੇ ਸੀ, ਸ਼ੋਰ ਸ਼ਰਾਬਾ ਕਰਦੇ ਸੀ। ਅੱਜ ਉਹਨਾਂ ਨਾਲ ਅੱਖ ਵੀ ਨਹੀਂ ਮਿਲਾਉਂਦੇ। ਕੀ ਮਨ 'ਚ ਫਰਕ ਹੈ? ਨਹੀਂ। ਹੁਣ ਉਹ ਰਾਹ ਨਹੀਂ ਰਿਹਾ, ਹੁਣ ਉਹ ਸਾਥ ਨਹੀਂ ਰਿਹਾ। ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਸਾਥੀਆਂ ਨਾਲ ਬੋਲਦੇ ਨਹੀਂ, ਬੁਲਾਉਂਦੇ ਨਹੀਂ। ਉਹ ਜਾਣਦੇ ਨੇ ਇਹਨਾਂ ਕੋਲ ਕਿਤੇ ਨਾ ਕਿਤੇ ਮਾਇਆ ਹੈ। ਬੱਚਾ ਵੀ ਤੇ ਮਾਇਆ 'ਚ ਹੈ। ਬਚਪਨ ਤੋਂ ਮਾਇਆ ਪੈਣੀ ਸ਼ੁਰੂ ਹੋ ਜਾਂਦੀ। ਖਿਡੌਣਾ ਕੀ ਇੱਕ ਮਾਇਆ ਦਾ ਰੂਪ, ਮਾਇਆ ਨਾਲ ਹੀ ਖਰੀਦਿਆ ਜਾਂਦਾ ਹੈ, ਮਾਇਆ ਕਰਕੇ ਲਿਆਂਦਾ ਜਾਂਦਾ ਹੈ। ਬਣਤਰ ਵੀ ਮਾਇਆ ਕਰਕੇ ਹੁੰਦੀ ਹੈ। ਜਦ ਟੁੱਟ ਗਿਆ ਉਹਨੇ ਰੋਣ ਲੱਗ ਜਾਣਾ, ਜਦ ਉਹਦੇ ਕੋਲ ਖੁਸ਼ ਬੜਾ, ਕੁਛ ਤੇ ਹੈ ਨਾ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਮਿੱਤਰ ਸਾਥੀ ਦੋਸਤ
सब दा साथ छड़ दिता, कोले कोई बैठा ना बैठिया वर्गे अनडिठ करते आ, आउंदे आ हस खेड के बुला बुलू के चले जाते आ, ना खेडण जाते ने ना किसी को बुलाते ने। ये नफरत नहीं है, हेट नहीं है, क्योंकि साडा पॉइंट ऑफ व्यू एक ही होता है, कोई किसी को बुलाता नहीं, नफरत करता है, ईर्खा करता है। नहीं, जो साधु महापुरख उच्ची अवस्था से चले जाते हैं ना, वो यह चीज़ों से बड़ियां थले रह जांदियां ने। उन्हां लई ना वो बच्चे माड़े ने ना परिवार माड़ा है, वो कहते इन्हां चों मेरा है ही कोई नहीं। चिंतनी दे ना लगे, जे अपना कोई होवे नाल जाण वाला होवे ते दिल लाया जा सकदा है। गुरु साहब ने अपने साथियों का साथ छड़ दिता। साथी किन्नी देर सी, एक महीना नहीं महाराज बोले, 15 दिन नहीं बोले, वो भी आउणों हट गए। इत्थे तक ही इत्थे हथ नूं हथ है, कोई किसी नाल बोलदा ते कोई बुलाउंदा है। कोई रिश्तेदार तुहाडे घर आउंदा उदों तक ही आउंदा जदों तक तुसीं जांदे हो, जिद्दण तुसीं आउणा जाणा छड़ तो भी कोलों लंघ जांदा, कहंदा फोन ते दसदा आया सी, टाइम नहीं सी, लगा ही नहीं वक्त। अंदर फर्क है। गुरु साहब ने जो साथ छड्डिया ना, ते सब तो पहला सतगुरां दे मित्र पिछे हट गए। नित खेडण वाले, वाजा मारन वाले, नाल नाल घुमण वाले हुण वो बुलाउंदे नहीं। उदासीन तिन सो तब ऐसे, बिना चिनारी मिले हैं जैसे। राह जांदियां भी कोई साथी मित्र मिल जाता है, महाराज इदां कोल लंघ जाते जिवें कदे जाणदे नहीं होंदे। चिनारी शब्द है पहचान दा, दुनिया बुलाउंदी है, नहीं बुलाउंदे। मुख मोड़ नीवी वाके, गुरु नानक साहब महाराज मित्रां दे कोलों गुजरदे हन। असबिद देख मात मन चिंता, गई निकट जह हुते इकंता। एक दिन सतगुर सच्चे पातशाह इकल्ले ही सी कमरे च। मां व्यवहार वेखदी आ रोज, मां तो वध कौन जानदा पुੱਤ बारे? इन्ना प्यो नहीं जानदा हुंदा जिन्ना मां जानदी हुंदी है। माता रोज वेखदे सी, वाच करदे सी। अज कोले आए हो वेखदे, इन्हां दे साथी खेडण आउंदे, खेडदे नहीं किसे नाल। वो बुलाउंदे ने बार बार, मिन्नतां तरले करदे ने, पुੱਤਰ मेरा सिद्धे मूंह नहीं बोलदा किसे नाल। मां नूं लगदा भी इत्ते कमी मेरे पुੱਤ च है, बाकियां च ते नहीं है। वो ते आउंदे ने बुलाउण वास्ते, यही नहीं जांदा। माता जी कोल आए बड़े प्यार विच, कहंदे पुੱਤ की होया? सीस पड़ोस के सतगुरां दा। मर्द ने माता दा वचन सुन के अणसुणिया कीता, चादरी मुख तो लाई, कंबली लई हुई है, मां कोल बैठी है, अपने पुੱਤਰ नूं मोह दी तंद विच भेज के बड़े प्यार नाल बुलाउंदे हन। दशा देख सुत की बिस्मानी, बोली महा प्रीत में बनी। पुੱਤ दी दिशा वेख, दशा वेख, हालत वेख। मां थोड़ा जिहा गल भर के माता ते टुका, कहंदी पुੱਤ चुप चुप क्यों रही मैं? होया की है? देखो माता पिता पूजन योग ने गुरु साहब दे, उन्हां दा देन असीं नहीं दे सकते, जिन्हां दी बदौलत सानू सतगुर प्यारे प्रीतम गुरु नानक मिले, राम मिले। ये ते खेडां ही ने उन्हां दियां जिहड़ियां आपां सुन रहे हैं ना। बेशक पिता नूं बार बार कहा जाता है माया दे विच खचत ने, माया विच खचत ने, संसार है, ये परिवार है, ये गुरु साहब ने आप माया वरताई हुई है। माता कोल बैठे अखां चों हंझू ने, दुपट्टे नाल मां ने मुख साफ कीता, कहंदे वे पुੱਤ की होया? वेख तेरे मित्र आए ने, वेख तेरे साथी आए ने, तू उठ के बोलदा क्यों नहीं? सुनो तात चित बात विचारो, निज कारज कीजै निरतारो। माता कहंदे पुੱਤ बड़े ध्यान नाल मेरी गल सुन ते विचारी। तेरे पिता नहीं बैठे कोले, हो सकदा है तुहानू अपने पिता दीयां गल्लां ना पसंद होण, पर पुੱਤ मैं कहनी आ काम तो बिना बंदे दी जिंदगी कोई नहीं। आखो सतनाम। बिल्कुल सही गल है। संसारिक पद्धर ते ना वेलड़ बंदे की कोई जिंदगी नहीं जी। वेला बंदा भार आ, इत्थे ते आपां मौजां मारदे फिरदे ने इंडिया च भी, लै साडे वर्गा बादशाह कोई नहीं, हर वेले चाह। ते कैनेडा अमेरिका महीना वेला रह के वेख लो, शर्म नाल अंदर बड़े रहोगे, बाहर नहीं निकलो। भी लोग देखो वेला बैठा दे, ये कोई बंदा है? टब्बर ते भार बनिया होया है। इत्थे साडे एक कमाउंदा 4 खाण वाले, काम नूं कह दो गल पैण नूं आउंदे आ।
कि तू कह के मैं दिता मैनू नौकरी कर लो, मेरी मर्जी, चलता नहीं थे। तो चलो हुण साडे वाले भी सियाणे होण लग गए, बाहर जाके पता लगन लग गया भी बेलियां दी कितनी कदर है। मां ने उसे संदर्भ च आख्या, कहंदे पुੱਤ एवें बेले पै के लम्मियां ताणी रखदा है, प्यार च बोलदे आ, ये चंगियां गल्लां नहीं। पुੱਤ उठ किसे काम कार किसे आरे लग जा, तुझ क्यों बने फकीर न संगा, गृहस्थ काज करिए सो मंगा। क्योंकि इन्हां दिनां च पिता जी ना पुੱਤ कोल बहिंदे ने ना बुलाउंदे ने। जिद्दण दा रायबुलार साहब ने आखिया ना भी तू कुछ नहीं कहना, वो कहंदे जो मर्जी करी जाए मैनूं की है, नेड़े नहीं आउंदे। सोवे ना सोवे, उठे ना उठे, रात जागे दिने जागे, बापू जी ते टेंशन ही नहीं लेंदे, अंदरों दुखी ने। माता कहंदी पुੱਤ मैं वेख रही हां तैनूं पिछले 3 महीनों तू कदे फकीरां कोल चले जाना, कदे साधा कोल चले जाना। पुੱਤ तैनूं साधा ने की देना, अज 4 रोटियां तेरे घर पकदियां, 4 मंजियां डठियां, जे साधा दे पिछे लग्या रहा ना, घर बार मंजियां बिस्तरे कुछ नहीं लभना। आखो सतनाम तू गृहस्थी बन। गृहस्थ मार्ग जा, साधा दे अपने दे घर नहीं वसदे, लोकां दे जड़ लंदे आ। ये उन्हां समयां च आम गल्लां सी, अज भी नहीं। साधु जी नूं कहंदे कोई भगवे कपड़े पा के तुरे फिरदा साध है नहीं, मंगण वाले ट्रेंड जाते ने अजकल। साधु ते बहुत थोड़े ने, बहुत थोड़े, उंगलां ते गिणन वाले। माता कहंदी पुੱਤ वे फकीरां दा संग छड्ड, इन्हां फकरां नूं की है, इत्थे रोटी नहीं मिली अगले पिंड सही, तेरे कोल ते ज़मीन दा जायदाद है, पिता तेरी सोहनी नौकरी लगे है, आपां बेटियां दी वंश विचों आ। पुੱਤ साधा कोल नहीं चाहिदा, फकरां कोल नहीं चाहिदा, इन्हां कोल जाके बंदा किसे काम दा रहिंदा नहीं। कृषि करन की जी नर प्रीति, बनजो बनज सिखो असरीति। पुੱਤ मेरिया जे तैनूं खेती करनी पसंद नहीं, मੱਝਾਂ चारनियां पसंद नहीं, कोई व्यापार वपूर करना ही सिख ला। व्यापार काहदा? गावां मੱਝਾਂ बेचो, अगे विकदियां सी, वेचदे सी, हुण तक मंडियां लगदियां, कोई धनौले दी मंडी जांदा है, कोई बरनाले वाली तुरिया फिरदा है, कोई मानसा मंडी, पिंड वालियां नूं सारा पता कित्थे किहड़ी मंडी। व्यापार सी अगे, कहते पुੱਤ कोई वणज व्यापार कर ला, घोड़े घोड़े बेच ला लिया, व्यापार है, बिजनेस है। ठीक है मन्निया तेरा इंटरेस्ट नहीं है, तेनू पसंद नहीं खेती करनी, व्यापारी बन जा। पर पुੱਤਾ लम्मियां ताण के थोड़ा घर चलदे हुंदे आ। नौजवान पुੱਤ है तू मेरा, चंगा सेहतमंद ते बजुर्ग काम करदे हुण ते नौजवान घरे रजाइयां बिस्तरे तोड़दे हुण चंगे थोड़ा लगदे आ। तो चलो अज दा जमाना होर है, माँ बाप मिट्टी च मिट्टी हो के भी कहंदे नहीं, कहंदे कोई नहीं प्यार रहण दे, मुड़ के आप ही हुंदे फिरदे, कहंदे यार समय नाल काम लाया हुंदा ते आ बिस्तरे थोड़ा तोड़दा। उन्हां समयां दे विच बच्चा 12 साल का हो जाता है तो काम ते ला दिंदे। साडे नालों चंगे बिहार वाले लोग ने, भावें जवाक 5 होण, भावें दर्जन होवे, हुण भावें 15, कोई टेंशन नहीं उन्होंने। साडे ते एक जवाक होवे किसी दा सारे टब्बर नूं फिकर पिया हुंदा है, ब्याह भी करना है जी, नौकरी कित्थों मिलूगी, आईएएस करा के कनेडा भेजांगे, आ करांगे, 12-15 लाख चाहिए हुंदी है। लै उन्हां नूं पुछो, भावें 25 जवाक होण एक बिहार वाले, वो जानते आ भी जिद्दण 12 साल का हो गया पंजाब लै जाएंगे, नाले कमाऊगा नाले खवाऊगा। सतनाम वोटां उन्हां दियां, अगलियां नूं मुरब्बियां बंदियां दे हिसाब नाल पैसे मिलदे, एवें थोड़ा बिहार भालू रहिंदा। गुणा उन्हां दा, पढ़न ना पढ़न वो अलग गल है, पर पढ़ के भी बहुत बड़े बड़े डीसी साडे पंजाब च बिहार वाले लगे, जिहड़े कहंदे हुंदे आ ट्रक चले गई बस आ गया। हैगे हैगे वाले जिन्ने होंदे ना साडे पंजाब दे डीसी बड़े एसडीएम लगे होंदे, वो हिंदी दा भी होंदे बेचारे, क्योंकि आए उधरों ने, पढ़ लिख के आए आ, पर वो जानते आ भी साडे बच्चियां ने कमाउणा किवें है, काम ते लाउंदे आ। ते जिन्ने साडे वाले आ वेलड़, साडा लाना वेलड़ ही है। संघर्ष विच की हुंदा, रोज अनाउंसमेंटां हो रहीआं ना दीदी, और रात नूं ना गाने लाया करो, ना खलारे पाया करो, की बखौरे फुकरबंदी। सरकारां भी अज साडीआं करतूतां वेख वेख हस रहीआं ने, सिर्फ साडे कोल ठा कर दांगे, ठू कर दांगे, आ कर दांगे, किहड़ियां गल्लां, ये वेलड़ां दे काम ने। सियाणे बच्चे के इदां दे काम नहीं करते। ते दुनिया भी जानदी है भी पंजाब वाले एडे खुले आ ना, जो मूंह च आया बोल देना, इन्हूं किहड़ा जिम्मेवारी है सकदे। बजुर्ग इन्हां दे कमाउंदे ने, बच्चे इन्हां दे वेले आ।
पर बाहर जाके कईयां नूं समझ आ गई, मत आ गई। ते मां यही गल कहंदी, पुत तू वेला सुता पिया इत्थे ते बापू तेरा पटवार खांदे जांदे, चंगा लगदा है? शोभा दिंदा है? नौजवान धी पुत घरे सुते पए रहण सार ਇਹ ਨਹੀਂ ਸ਼ੋਭਾ ਦਿੰਦਾ। बेशक ये गल्लां पिंच करदियां ने। अज दे बच्चे नूं मापे कहण ना भी तू सुता पिया होवे, कहंदा फिर दवा दे नौकरी, लवा दे किते बिजनेस करा दे। मैं ते कहना दे 20 लाख रुपया खला शोरूम, मैं तेनूं कर गया भी काम नहीं करता। पर उन्हां समयां दे विच ये गल्लां जद मापे कहंदे सी ते बच्चे कहाउंदे नहीं सी, पहला काम आप लभदे सी, क्योंकि काम नाल जिंदगी है। ते मां उस संदर्भ विच आखदी पुत काम कुम कर, कोई बिजनेस कर ले, व्यापार कर ले। जे खेती तेरे वस दा काम नहीं, तू गावां मੱਝਾਂ नहीं चार सकदा, तेरे बापू ने कदम ना कीता भी तू काम ना कर। पर पुत मेरे तेरे अगे हाथ जोड़ दियां, सौ सौ के टाइम खराब करना। करहु कार को होई सुचीता, खर्च संभारो अपना न कीता। जिस वेले तू कमाएगा, काम कार करेगा, समय नाल उठेगा, समय नाल जागेगा, समय नाल सोएगा, ते घर दा खर्चा भी पुत चुकेगा। तेरे पिता जी सारी जिंदगी कद तक कमाउंदे रहणगे, बुढ़ापे वाले उन्हां नूं आराम कर लैणगे। जे तू कमाएगा काम छड़ देणगे भी मेरा पुत्र कमाउंदा है। माता जी संसारी गल्लां कर रहे ने पुत्र दे नाल, क्योंकि हर मां बाप अपने बच्चियां तो यही उम्मीद रखदे भी पुत्र साडा फर्ज सी पढ़ाउणा। बथेरा पैसा ला लिया, सारी जिंदगी की नौकरी की कमाई, घर बार बेच के भी तेरे ते लाता, जे हुण भी घरे बैठेगा ते चुभेगा। 16-16 लाख तेरे ते खर्चिया, तेरे सौण वास्ते थोड़ा खर्चिया सी 11 बजे उठे मुंह चुक के, ਇਹਦੇ ਥੋੜਾ ਖਰਚ ਜਾਏ। ਇਸ ਲਈ ਖਰਚਿਆ ਸੀ ਤੂੰ ਕੰਮ ਕਰੇ, ਜ਼ਰੂਰੀ ਨਹੀਂ ਵੀ ਕੰਮ ਪੈਸਿਆਂ ਲਈ ਕਰੀਦਾ। ਕਿਉਂ ਭੇਜਦੇ ਆ ਮਾਪੇ? ਅਗਲਾ ਕਹਿੰਦਾ ਚਾਹੇ 5000 ਦੀ ਨੌਕਰੀ ਤੇ ਲੱਗ, ਜਦੋਂ ਬਾਹਰ ਜਾਊ ਇਹਨੂੰ ਲੋਕਾਂ ਨੂੰ ਬੋਲਣ ਦਾ ਪਤਾ ਲੱਗੂ, ਉੱਠਣ ਬੈਠਣ ਦਾ ਪਤਾ ਲੱਗੂ, ਬਿਹੇਵੀਅਰ ਕਿਦਾਂ ਰੱਖੀਦਾ। ਸਵੇਰੇ ਜਲਦੀ ਉੱਠੇਗਾ, ਸ਼ਾਮ ਨੂੰ ਥੱਕ ਕੇ ਸੋਏਗਾ, ਮਾੜੀ ਸੰਗਤ 'ਚ ਨਹੀਂ ਬੈਠੂ, ਕਿਉਂਕਿ ਲਾਲਚ ਪੈ ਜਾਊਗਾ, ਘਰ ਲਈ ਸਿਆਣਾ ਹੋ ਜਾਊਗਾ। ਇਸ ਲਈ ਕੰਮ ਕਰਾਈਦਾ। ਤੇ ਮਾਂ ਉਹੀ ਬੇਨਤੀ ਕਰਦੀ, ਪੁੱਤ ਕੰਮ ਤੇ ਜਾਇਆ ਕਰ। बेशक पिता जी ना लग जा, जे बहुता किसी को नहीं जाना। देखो अजे ते मर्द पढ़ के 2 थां ते आए ने, छड्ड आए, 3 थां ते पढ़े 3 थां छड्ड दियां। पर मां सोचती है पढ़ना भी है नहीं, गावां मੱਝਾਂ भी नहीं चारनियां, खेती भी नहीं संभालनी, ते काम भी नहीं करना, सौ सौ के की नहीं पुछना है। क्योंकि शरीके दे जिन्ने बच्चे ने सारे ने काम संभाले हुए हैं, ते फिर वो सारा नजला इधर डिगदा ना कि जो मां बाप वेखदे आ ताए चाचियां दे मुंडे काम करते जाते हैं ते अपने वाला सुता पिया, तो गुस्सा ते आउंदा। इसे करके मां कहंदी पुत काम कार तो बगैर जिंदगी विच बंदा हमेशा नकम्मा हुंदा है। कर उपाय जब दर्ब उपाव हो, भल विद संचो निज घर लियाव हो। ते सतगुर सारियां गल्लां सुन रहे ने, इन्हें भी सुनदे नहीं। गुरु साहब ने कंबली लाई हुई सुनी जाते, माता कह की रहे पुत 4 पैसे कमाएगा, आउंदा होया कुछ लैके आएगा, जमा कर लेगा, लोकां च शाबाश होगे, रिश्तेदार कहणगे वेखो कालू जी दा पुत्र कमाउण लग गया। अद्धियां चीज़ां भी मार लैंदियां भी सिर्फ लोकां नूं दिखाउण वास्ते बांदरी वांग नचना पैंदा। ठीक है काम करना जिंदगी च बड़ा जरूरी है, पर किसी नूं विखा के करना भी वेख मैं वेला नहीं, मैं काम करदा। हाईगढ़ थोड़ा आया दुनिया में, जिंदगी जीवन जिउण आया, जो चंगा लगता करो। पर यह थोड़ा है भी जे उन्हें हाथ उत्थे दिता होया ते मैं भी उत्थे देना चाहिए। फलाना कनेडा की फ्लाइट चढ़न नूं फिरदा ते मैं घर वेच के उही चढ़ा, जरूरी थोड़ी है। इत्थे काम करना, लोकां नूं खुश करन वास्ते ना कर, अपने सुकून वास्ते कर। ते माता जी वही गल्लां सुना रहे, कहते पुत वेख ते सही सारे कम्मां धंधियां ते चले जाते ने, तू सारा दिन कौले कछदा फिरदा। कि बोली सी ना समझ आती, कदे साधा कोले कदे फकीरां कोले। सच्ची गल है जी, किहदे मां बाप चाहुंदे आ भी पुत जाके बाहर वेलियां 'च बैठा होवे, जिहड़े काम कर नहीं करदे। हुण साधुआं नूं लोक की समझदे आ, जिहड़े आम लोक ने वो साधु नूं नकम्मे दसदे आ भी इन्हां दा अपना अग्गा पिछा कोई नहीं, काम कार कोई नहीं, आप बिगड़े तैनूं बिगाड़ देणगे। पर जिन्हां नूं पता भी साधु बनना सौखा नहीं, घरां दे मोह छड्डणे सब तो औखे आ, जिहड़े छड्ड के आए बंदना ही आ, उन्हां नूं प्रणाम ही है। जिंदगी लंघ जाती साधु बनने वास्ते,
ਇਕੱਠਾ ਤੇ ਹਰ ਕੋਈ ਕਰੀ ਫਿਰਦਾ ਹੈ, ਛੱਡਣਾ ਹੀ ਔਖਾ ਹੈ। ਤੇ ਗੁਰੂ ਸਾਹਿਬ ਉਸ ਪਾਸੇ ਸੋਚਦੇ ਆ ਤੇ ਮਾਂ ਕਹਿੰਦੀ ਪੁੱਤ ਵਿਹਲੜਾਂ ਦੀਆਂ ਟੋਲੀਆਂ 'ਚ ਨਹੀਂ ਬੈਠੀ, ਸਾਦਾ ਫਕੀਰਾਂ ਨੇ ਤੈਨੂੰ ਖਾਣ ਨੂੰ ਕੁਛ ਨਹੀਂ ਦੇਣਾ, ਤੂੰ ਕਮਾਏਗਾ ਖਾਏਗਾ, ਰਿਸ਼ਤੇਦਾਰ ਸਿਫਤਾਂ ਕਰਨਗੇ, ਸਾਨੂੰ ਸੁੱਖ ਦਾ ਸਾਹ ਹੋਊਗਾ, ਸਾਡੀ ਵੀ ਤਾਰੀਫ ਹੋਵੇਗੀ। ਓ ਖਟਰੀ ਤਬ ਕਰੇ ਨਿਹਾਰੂ, ਲਖੇ ਕਮਾਉ ਸਹਿ ਪਰਵਾਰੂ। ਅਗਲਾ ਬਚਨ ਮਾਤਾ ਜੀ ਨੇ ਉਹ ਕਹਿ ਦਿੱਤਾ ਜਿਹੜੇ ਆਮ ਤੌਰ ਤੇ ਅੱਜ ਵੀ ਪੰਜਾਬ 'ਚ ਵਰਤੇ ਜਾਂਦੇ ਆ। ਮਾਂ ਕਹਿੰਦੀ ਪੁੱਤ ਜੇ ਤੂੰ ਸੋਹਣਾ ਕਮਾਏਗਾ, ਕੋਈ ਖੱਤਰੀ ਆਪਣੀ ਧੀ ਤੈਨੂੰ ਦੇ ਦੇਗਾ, ਕੰਨਿਆਦਾਨ ਕਰ ਦੂ ਵੀ ਹਾਂ ਬਈ ਮੁੰਡਾ ਕਮਾਉਂਦਾ ਹੈ, 4 ਪੈਸੇ ਜੋੜਦਾ ਹੈ। ਜੇ ਪੁੱਤ ਤੂੰ ਰਿਹਾ ਵਿਹਲਾ, ਤੇਰੇ ਨਾਲੋਂ ਅਗਲਾ ਆਪਣੀ ਧੀ ਨੂੰ ਖੂਹ 'ਚ ਧੱਕਾ ਦੇ ਦੂ, ਪਰ ਤੈਨੂੰ ਰਿਸ਼ਤਾ ਨਹੀਂ ਕਰਦਾ। ਸਤਿਨਾਮ। ਗੱਲਾਂ ਗੱਲਾਂ 'ਚ ਮਾਂ ਨੇ ਕਹਿਤਾ, ਇਹ ਸਪਸ਼ਟ ਸਿੱਧੀ ਗੱਲ ਆ ਜੀ, ਵਿਹਲੇ ਬੰਦੇ ਨਾਲ ਰਿਸ਼ਤਾ ਕਰਕੇ ਡੋਬਣ ਵਾਲਾ ਕੰਮ ਹੈ। ਚਾਹੇ ਕੋਈ ਦਿਹਾੜੀ ਕਰਦਾ ਹੈ, ਚਾਹੇ ਕੋਈ ਰਿਕਸ਼ਾ ਚਲਾਉਂਦਾ ਹੈ, ਕੰਮ ਹੈ, ਚਾਹੇ ਜੁੱਤੀਆਂ ਕੱਢਦਾ ਹੈ, ਕੰਮ ਮਾੜਾ ਨਹੀਂ ਹੁੰਦਾ। ਸੋਚ ਮਾੜੀ ਹੋ ਸਕਦੀ ਬੰਦੇ ਦੀ, ਕੰਮ ਸਾਰੇ ਪੂਜਣਯੋਗ ਹੁੰਦੇ ਆ, ਹਰ ਕੰਮ ਚੰਗਾ ਹੈ। ਜ਼ਿੰਦਗੀ 'ਚ ਵਿਹਲਾ ਨਹੀਂ ਰਹਿਣਾ ਚਾਹੀਦਾ, ਕੋਈ ਨਾ ਕੋਈ ਕੰਮ ਕਰਦੇ ਰਹੋ। ਹਾਂ, ਲੋੜ ਤੋਂ ਵੱਧ ਕੇ ਨਾ ਕਰੋ। ਅੱਜ ਕੱਲ੍ਹ ਤੇ ਦੁਨੀਆ ਨੂੰ ਲਾਲਚ ਇੰਨਾ ਹੈ, ਰਿਟਾਇਰਮੈਂਟ ਤੋਂ ਬਾਅਦ ਵੀ ਨਾ ਲੋਕ ਨੌਕਰੀਆਂ ਲੱਭਦੇ ਫਿਰਦੇ ਆ ਵੀ ਦੂਜੇ ਦਾ ਅੱਗਾ ਮਾਰੋ, ਕੋਈ ਹੋਰ ਗਰੀਬ ਬੰਦਾ ਸੇਠ ਥਾਂ ਦੇ ਨਾ ਲੱਗ ਜਾ ਕੇ ਉਧਰੋਂ ਪੈਨਸ਼ਨ ਲਵਾਂ ਤੇ ਇਧਰੋਂ ਵੀ ਇਕੱਠੀ ਕਰੀ ਜਾਵਾਂ। ਨਹੀਂ ਭਾਈ, ਕਿਸੇ ਹੋਰ ਦਾ ਹੱਕ ਨਹੀਂ ਮਾਰਨਾ। ਤੈਨੂੰ ਸਰਕਾਰ ਨੇ ਵਿਹਲਾ ਕਰਕੇ ਤੋਰਤਾ ਨਾ, ਹੁਣ ਵੀ ਤੂੰ ਕੰਡਾ ਮੈਂ ਕਿਸੇ ਕੰਮ ਦਾ ਨਹੀਂ ਹੈਗਾ, ਘਰੇ ਜਾ ਖਾ ਪੀ ਐਸ਼ ਕਰ। ਹੁਣ ਤੂੰ ਕਿਸੇ ਹੋਰ ਗਰੀਬ ਦਾ ਹੱਕ ਨਾ ਮਾਰ। ਜਿੱਥੇ ਤੂੰ ਖੜਾ 10-12 ਹਜ਼ਾਰ ਲੈ ਕੇ, ਇੱਥੇ ਕੋਈ ਹੋਰ ਲੋੜਵੰਦ ਖੜ ਜਾਂਦਾ, ਪੜ੍ਹਿਆ ਲਿਖਿਆ ਖੜ ਜਾਂਦਾ, ਉਹਦੀ ਦਿਹਾੜੀਆਂ ਕਰਦੇ ਜੋਗਾਂ। ਕਿਤੇ ਨਾ ਕਿਤੇ ਆ ਲਾਲਚ ਸਮਾਜ ਵਿੱਚ ਬਹੁਤ ਵੱਡਾ ਹੈ। ਤੇ ਗੁਰੂ ਸਾਹਿਬ ਨੂੰ ਤੇ ਸਪਸ਼ਟੀ ਮਾਂ ਨੇ ਕਹਿਤਾ ਪੁੱਤ ਕਿਸੇ ਖੱਤਰੀ ਨੇ ਆਪਣੀ ਧੀ ਨਹੀਂ ਦੇਣੀ। ਜੇ ਪਤਾ ਲੱਗਿਆ ਵੀ ਚਲੋ ਕਲਿਆਣ ਚੰਦ ਤੇ ਬਹੁਤ ਸੋਹਣਾ ਕਾਰੋਬਾਰ ਹੈ, ਪਰ ਪੁੱਤ ਸੁੱਤਾ ਰਹਿਣਾ ਸਾਰਾ ਦਿਨ, ਕੰਮ ਨਹੀਂ ਕਰਦਾ ਕੋਈ, ਬੇਟੇ ਵੇਖ ਲਾ ਸਾਡੇ ਸ਼ਰੀਕੇ ਨੇ ਤੇਰੀ ਪੜਤ ਮਾੜੀ ਕਰਦੇ ਨੇ। ਸੱਚੀ ਦੱਸਿਓ ਜੀ, ਬੰਦੇ ਦੀ ਬੁਰਾਈ ਕਰਨ ਵਾਲਾ ਕੌਣ ਹੁੰਦਾ ਹੈ? ਗੁਆਂਢੀ, ਦੋਸਤ ਮਿੱਤਰ ਨਹੀਂ। ਜਿਨ੍ਹਾਂ ਨੂੰ ਅਸੀਂ ਆਪਣੇ ਮੰਨਦੇ ਆ ਨਾ, ਜੜਾਂ ਵਿੱਚ ਆਰੀਓ ਰਿਸ਼ਤੇਦਾਰੀ ਰੱਖੀ ਰੱਖਦੇ ਆ। ਸਤਿਨਾਮ। ਸ਼ਰੀਕਾ ਹੀ ਮਾੜਾ ਹੈ। ਸ਼ਰੀਕੇ ਪਿੱਛੇ ਕਿੰਨੇ ਲੋਕ ਮਰਦੇ ਆ ਜੀ, ਕਿੰਨਾ ਕੁਝ ਹੁੰਦਾ ਹੈ। ਨਾ ਚਾਹੁੰਦੇ ਆ ਵੀ ਲੋਕੀ 20-20 ਲੱਖ ਵਿਆਹ ਤੇ ਲਾ ਦਿੰਦੇ ਵੀ ਸ਼ਰੀਕੇ ਨੇ ਇੰਨਾ ਲਾਇਆ ਸੀ, ਕਿਤੇ ਅਸੀਂ ਪਿੱਛੇ ਨਾ ਰਹਿ ਜਾਈਏ। ਤੂੰ ਸ਼ਰੀਕੇ ਤੋਂ ਕੀ ਲੈਣਾ, ਜਿਹੜਾ ਹੈ ਹੀ ਸ਼ਰੀਕ ਤੇਰਾ ਬੇਪਰਵਾਹ ਹੋ ਜੋ ਮਰਜ਼ੀ ਕਰੇ, ਡੁੱਬੇ ਕਰੇ, ਤੈਨੂੰ ਕੀ ਲੈਣਾ। ਆਨੰਦ ਚ ਰਹਿ ਆਪਣੇ ਚ। ਮਾਤਾ ਜੀ ਨੇ ਸਪਸ਼ਟ ਕਹਿਤਾ ਪੁੱਤ ਸ਼ਰੀਕਾਂ ਦੇ ਘਰਾਂ 'ਚ ਵੇਖ ਬੱਚੇ ਕਿੱਦਾਂ ਕਮਾਉਂਦੇ ਆ, ਤੈਨੂੰ ਕਿਸੇ ਨੇ ਵਿਆਹੁਣਾ ਵੀ ਨਹੀਂ, ਰਿਸ਼ਤਾ ਵੀ ਨਹੀਂ ਕਰਨਾ। ਜਿਹੜਾ ਸਾਰਾ ਦਿਨ ਸਾਧਾ ਨਾਲ ਤੁਰਿਆ ਫਿਰਦਾ ਰਹਿੰਦਾ, ਫਕੀਰਾਂ ਨਾਲ ਫਿਰਦਾ, ਉਹਨੂੰ ਕੌਣ ਦਊ ਆਪਣੀ ਧੀ। ਗੁਰੂ ਸਾਹਿਬ ਨੇ ਸੁਣ ਕੇ ਅਜੇ ਵੀ ਕੋਈ ਜਵਾਬ ਨਹੀਂ ਦਿੱਤਾ। ਗੱਲ ਬਹੁਤ ਵੱਡੀ ਮਾਂ ਨੇ ਕਹੀ ਹੈ। ਇਹ ਤਾਂ ਕਹੀਦੀ ਆ ਵੀ ਜੇ ਜਵਾਬ ਨੂੰ ਮਾੜੀ ਮੋਟੀ ਠੋਕਰ ਵੱਜ ਜੇ, ਕਿਤੇ ਵੱਜ ਜਾਂਦੀ ਕਈ ਵਾਰ ਵੀ ਮਾਂ ਬਾਪ ਵਿਹਲਾ 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 ਕਹਿੰਦੇ ਨੇ, ਹੁਣ ਕੰਮ ਕਰਕੇ ਦਿਖਾਓ, ਹੁਣ ਲੱਗ ਕੇ ਦਿਖਾਉਂਦਾ ਨੌਕਰੀ, ਪਰ ਗੁਰੂ ਸਾਹਿਬ ਤੇ ਕੋਈ ਅਸਰ ਨਹੀਂ ਹੋਇਆ। ਮਾਤਾ ਇੰਨੇ ਬਚਨ ਕਹਿ ਕੇ ਭਾਵੁਕ ਹੋ ਕੇ ਰੋ ਪਏ ਨੇ। ਨਿਜ ਤਨਿਆ ਤੁਝ ਦੇ ਵਿਵਾਹੀ, ਸੋ ਜਸ ਹੋਏ ਸਭ ਲੋਕਨ ਮਾਹੀ। ਵੇਖ ਪੁੱਤ ਤੇਰਾ ਵਿਆਹ ਹੋਏਗਾ, ਲੋਕਾਂ 'ਚ ਤੇਰਾ ਜਸ ਹੋਏਗਾ, ਕਮਾਏਗਾ ਖਾਏਗਾ, ਅਸੀਂ ਕਦੋਂ ਤੱਕ ਬੈਠੇ ਰਹਿਣਾ। ਜੇ ਤੂੰ ਨਹੀਂ ਕਮਾਏਗਾ, ਰਿਸ਼ਤਾ ਤੇਰਾ ਨਹੀਂ ਹੋਣਾ, ਵਿਆਹਿਆ ਨਹੀਂ ਜਾਏਗਾ, ਮਾਪਿਆਂ ਦੇ ਜਾਣ ਤੋਂ ਬਾਅਦ ਤੈਨੂੰ ਕੌਣ ਪੁੱਛੂ। ਤੂੰ ਤੇ ਫਕੀਰਾਂ ਨਾਲ ਤੁਰਿਆ ਫਿਰਦਾ ਰਹਿਣਾ। ਸ਼ਰੀਕੇ ਨੇ ਘਰ-ਬਾਰ ਦੱਬ ਲੈਣਾ, ਵੈਸੇ ਤੇ ਸਾਧ ਨੇ ਰਹਿਣ ਹੀ ਨਹੀਂ ਦੇਣਾ ਘਰ। ਪੁੱਤ ਸੋਚ ਲਾ, ਸਮਾਂ ਤੇਰੇ ਇਸ ਉਮਰ ਨੂੰ ਸੌਂ ਕੇ ਐਵੇਂ ਵਿਅਰਥ ਗਵਾਣਾ। ਅਬ ਕਾਜਨਤੀ ਲਖੈ ਉਦਾਸੂ, ਮਿਲ ਕਰ ਮਨੁਜ ਕਰੈ ਉਪਹਾਸੂ। ਇੰਨੇ ਬਦਲ ਗਏ ਕਿ ਮਾਂ ਉੱਚੀ ਉੱਚੀ ਰੋਣ ਲੱਗ ਪਈ। ਮਾਂ ਪੁੱਤ ਹੁਣ ਤੇ ਲੋਕ ਵੀ ਸਾਨੂੰ ਕਹਿੰਦੇ ਆ ਇਹਨਾਂ ਦਾ ਪੁੱਤ ਕੰਮ ਨਹੀਂ ਕਰਦਾ, ਦੇਖ ਨਿਕੰਮਾ ਨਿਕਲਿਆ। ਸੱਚੀ ਆ ਮਿਹਣੇ ਤਾਨੇ ਮਾਪਿਆਂ ਨੂੰ ਅੰਦਰੋਂ ਝੰਜੋੜ ਦਿੰਦੇ ਆ। ਜਦੋਂ ਔਲਾਦ ਘਰੇ ਬੈਠੀ ਹੋਵੇ ਨਾ, ਕੰਮ ਨਾ ਕਰਦੀ ਹੋਵੇ, ਫਿਰ ਟੁੱਟਿਆ ਜਾ ਬੰਦਾ ਕੂੜਾ ਚੁੱਕਣ ਵਾਲਾ ਵੀ ਆ ਕੇ ਕਹਿੰਦਾ ਅੱਛਾ ਗਿਆ ਨਹੀਂ ਕੰਮ ਤੇ, ਮਿਲੀ ਨਹੀਂ ਨੌਕਰੀ, ਉਹ ਵੀ ਚੁੱਕਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮਾਤਾ ਬਾਰ-ਬਾਰ ਕਹਿ ਕੇ ਰੋ ਪਏ ਪੁੱਤ, ਜੇ ਤੇ ਵੇਖ ਸ਼ਰੀਕੇ 'ਚ ਸਾਡਾ ਹਾਸਾ ਕਰਾਉਣਾ ਫਿਰ ਤੇਰੀ ਮਰਜ਼ੀ। ਹੁਣ ਤਾਨੇ ਮਾਰਦੇ ਆ ਲੋਕੀ, ਵਿਅੰਗ ਕੱਸਦੇ ਆ ਵੀ ਤੁਸੀਂ ਤੇ ਕਹਿੰਦੇ ਸੀ ਪੜ੍ਹਾ ਕੇ ਪਟਵਾਰੀ ਲਾ ਦਾਂਗੇ, ਇਹ ਮੱਝਾਂ ਚਾਰਨ ਜੋਗਾ ਵੀ ਸੁੱਤਾ ਹੀ ਰਹਿੰਦਾ ਸਾਰਾ ਦਿਨ, ਇਹਨੂੰ ਕੋਈ ਕੰਮ ਕਾਰ ਨਹੀਂ ਆਉਂਦਾ। ਕਾਹੀ ਨਲਾਇਕ
ਵਿਧਾਤਾ ਕਛੂ ਨਾ ਕ੍ਰਿਤ ਕਰਨ ਦੀ ਗਿਆਤਾ। ਮਾਤਾ ਦੀ ਉੱਚੀ ਉੱਚੀ ਰੋ ਕੇ ਕਹਿੰਦੇ, ਲੋਕੀ ਕਹਿੰਦੇ ਤੇਰੇ ਪਤਾ ਤੇਰਾ ਪੁੱਤ ਨਲਾਇਕ ਹੈ। ਸੁਣ ਲਓ, ਦੁਨੀਆ ਰੱਬ ਨੂੰ ਨਲਾਇਕ ਦੱਸਦੀ ਜਿਹਨੇ ਸਾਰੀ ਦੁਨੀਆ ਨੂੰ ਲਾਇਕ ਬਣਾਤਾ। ਸਤਨਾਮ, ਜਿਹਨੇ ਉਹਨਾਂ ਨੂੰ ਵੀ ਸਭ ਕੁਝ ਦੇਤਾ ਜਿਨ੍ਹਾਂ ਦਾ ਕੋਈ ਨਹੀਂ ਸੀ। ਅੱਜ ਗਰੀਬਾਂ ਦਾ ਯਾਰ ਕੌਣ ਹੈ ਜੀ? ਟੁੱਟਿਆਂ ਦਾ, ਦੁਖੀਆਂ ਦਾ ਕੌਣ ਸਹਾਰਾ ਹੈ? ਮੇਰਾ ਸਤਿਗੁਰ ਨਾਨਕ ਪਿਆਰਾ। ਜਿਹਦਾ ਕੋਈ ਨਹੀਂ ਉਹਦਾ ਗੁਰੂ ਨਾਨਕ ਪਿਆਰਾ। ਤੇ ਲੋਕ ਉਦੋਂ ਕੀ ਕਹਿੰਦੇ ਸੀ? ਕਹਿੰਦੇ ਭੈਣੇ ਤੇਰਾ ਮੁੰਡਾ ਤੇ ਨਲਾਇਕ ਹੈ, ਕੰਮ ਨਹੀਂ ਕਰਦਾ ਕੋਈ। ਮਾਂ ਇਹ ਗੱਲ ਕਹਿ ਕੇ ਆਪ ਮਹਾਰੇ ਰੋ ਪਈ, ਪੁੱਤਰ ਹੁਣ ਤੇ ਲੋਕ ਨਲਾਇਕ ਦੱਸਣ ਲੱਗ ਗਏ, ਇਹ ਕਿਸੇ ਕੰਮ ਕਾਰ ਦਾ ਨਹੀਂ। ਲਖੇਂਦਾਰ ਦੇ ਕੋ ਮਤਹੀਨਾ ਕੋ ਭਾਖੈ ਇਹ ਬਲ ਤੇ ਛੀਨਾ। ਪੁੱਤਰ ਕੀ ਲੋਕ ਤੈਨੂੰ ਕਹਿੰਦੇ ਨੇ? ਮਰਦ ਨੇ ਨਹੀਂ ਪੁੱਛਿਆ ਕੀ ਕਹਿੰਦੇ ਆ, ਮਾਂ ਦੱਸ ਰਹੀ ਹੈ। ਲੋਕੀ ਕਹਿੰਦੇ ਦਲਿਦਰੀ ਹੈ, ਇਹ ਦਾਰ ਦੀ ਨਾਮ ਦਲਿਦਰੀ ਦਾ ਹੈ, ਇਹ ਬਲਹੀਨ ਹੈ, ਇਹ ਕਮਜ਼ੋਰ ਬੰਦਾ ਹੈ, ਕੰਮ ਨਹੀਂ ਕਰ ਸਕਦਾ, ਇਹ ਸੁੱਤਾ ਹੀ ਰਹਿੰਦਾ ਹੈ, ਸਾਧਾਂ ਫਕੀਰਾਂ ਨਾਲ ਵਿਹਲੜਾ ਨਾਲ ਤੁਰਿਆ ਫਿਰਦਾ ਰਹਿੰਦਾ ਹੈ। ਪੁੱਤਰ ਕਿੰਨੇ ਕੁ ਹਾਸੇ ਕਰਵਾਏ ਆ। ਸਾਥੋਂ ਨਹੀਂ ਇਸ ਉਮਰ ਵਿੱਚ ਇਹ ਵਿਖਿਆ ਜਾਂਦਾ, ਸਾਥੋਂ ਨਹੀਂ ਸੁਣਿਆ ਜਾਂਦਾ। ਮਾੜਾ ਮੋਟਾ ਹੀ ਕੰਮ ਕਰਨਾ ਕੋਈ, ਭਾਵੇਂ ਘਾਟੇ ਵਾਲਾ ਹੀ ਕਰ, ਪਰ ਘਰੋਂ ਨਿਕਲਿਆ ਕੋਈ ਕੰਮ ਕਰਕੇ ਸ਼ਾਮ ਨੂੰ ਮੁੜਿਆ ਕਰ। ਵਜਰ ਸਮਾਨ ਬਚਨ ਉਪਿਹਾਸੋ ਕਹੇ ਸ਼ਰੀਕ ਈਰਖਾ ਜਸੋ। ਪੁੱਤ ਸ਼ਰੀਕ ਈਰਖਾ ਵਸ ਹੋ ਕੇ ਇਹੋ ਜਿਹੇ ਬੋਲ ਆਖਦੇ ਆ ਜਿਵੇਂ ਕੋਈ ਮੱਥੇ ਵਿੱਚ ਹਥੌੜਾ ਮਾਰ ਦਿੰਦਾ। ਸਾਥੋਂ ਨਹੀਂ ਜਰੇ ਜਾਂਦੇ, ਪਿਤਾ ਤੇਰੇ ਤੋਂ ਸੁਣਿਆ ਨਹੀਂ ਜਾਂਦਾ। ਨੀਚੇ ਤੋਂ ਆਫ ਕਰ, ਚੱਲ ਪਿਤਾ ਤੇਰੇ ਤੋਂ ਸੁਣਿਆ ਨਹੀਂ ਜਾਂਦਾ। ਇਹੋ ਜਿਹੇ ਬੋਲ ਸਾਨੂੰ ਰਾਤਾਂ ਨੂੰ ਸੌਣ ਨਹੀਂ ਦਿੰਦੇ। ਪਤਾ ਨਹੀਂ ਪੁੱਤ ਤੂੰ ਕਿਵੇਂ ਸੁੱਤਾ ਰਹਿਣਾ ਹੈ, ਸਾਨੂੰ ਤੇ ਹੁਣ ਨੀਂਦ ਵੀ ਨਹੀਂ ਆਉਂਦੀ। ਆਖੋ ਸਤਨਾਮ, ਤੈਨੂੰ ਨਹੀਂ ਫਰਕ ਕੋਈ। ਮਾਂ ਕਿੰਨੀ ਦੇਰ ਦੀ ਬੋਲ ਰਹੀ ਹੈ, ਗੁਰੂ ਸਾਹਿਬ ਆਰਾਮ ਚ ਪਏ ਆ, ਕਿਤੇ ਮਾਂ ਨੂੰ ਲੱਗਦਾ ਵੀ ਇਹ ਨੀਂਦਾਂ ਨਹੀਂ ਪੂਰੀਆਂ ਹੁੰਦੀਆਂ। ਉਹ ਦੁਨਿਆਵੀ ਨਹੀਂ ਨੇ, ਜਿਵੇਂ ਲੱਗਦਾ ਨਾ ਵੀ ਉਹ ਪਏ ਚਾਦਰ ਲੈ ਕੇ ਤੇ ਸੁੱਤੇ ਹੋਣੇ ਜੀ, ਸੁੱਤੇ ਨਹੀਂ ਸੀ। ਉਹ ਤੇ ਦੁਨੀਆ ਦੇ ਕੰਮਾਂ ਕਾਰਾਂ ਦੇ ਵਿੱਚ ਬਿਜ਼ੀ ਨੇ, ਸੰਸਾਰ ਦੀ ਦੇਖ ਰੇਖ ਕਰਦੇ ਆ। ਦੁਨੀਆ ਦੇ ਵਿੱਚ ਦੁਖੀ ਕੌਣ ਹੈ, ਰੋਂਦਾ ਕੌਣ ਹੈ? ਗੁਰੂ ਸਾਹਿਬ ਤੇ ਚਲੇ ਜਾਂਦੇ ਨੇ ਸੁਰਤ ਕਰਕੇ, ਜਮਾਨੇ ਨੂੰ ਤਾਰਦੇ ਹਨ। ਹਮੇ ਔਰ ਗਰੇ ਜਾਏ ਸੋ ਕੈਸੇ ਦੁਖੈ ਬਦਰ ਟਿਗਰੰਬਾ ਜੈਸੇ। ਤੇ ਮਾਂ ਨੇ ਨਾ ਆਪਣੇ ਪੁੱਤ ਨੂੰ ਫਿਰ ਹਲਾਇਆ, ਕਹਿੰਦੇ ਪੁੱਤ ਸੁਣਦਾ ਨਹੀਂ। ਮਰਦ ਨੇ ਕੋਈ ਮੂੰਹਾਂ ਨਹੀਂ ਕੀਤੀ, ਬਿਲਕੁਲ ਆਨੰਦ ਬੜਾ ਔਖਾ ਹੈ ਇਸ ਅਵਸਥਾ ਚ ਰਹਿਣਾ। ਬੰਦਾ ਮੋਹ ਦਾ ਮਾਰਿਆ ਨਾ, ਕਿਤੇ ਮਾਂ ਵੈਸੇ ਰੋ ਕੇ ਪੈਰ ਫੜਦਾ ਫਿਰਦਾ, ਉਹਦਾ ਜਿੱਡਾ ਮਰਜ਼ੀ ਗਲਤੀ ਕੀਤੀ ਹੋਵੇ, ਹਾਂ ਮੇਰੀ ਮਾਂ ਦੁਖੀ ਕਿਉਂ ਹੋ ਗਈ, ਹੰਝੂ ਕਿਉਂ ਆ, ਇੱਥੇ ਕੋਈ ਨਹੀਂ। ਮਾਤਾ ਨੇ ਅਗਲਾ ਵਚਨ ਆਖਿਆ, ਕਹਿੰਦੇ ਪੁੱਤ ਸਾਡੀ ਜ਼ਿੰਦਗੀ ਸ਼ਰੀਕਾਂ ਨੇ ਐਸੀ ਕਰਤੀ ਜਿਵੇਂ ਬੇਰੀ ਦੇ ਕੋਲ ਕੇਲੇ ਦਾ ਬੂਟਾ ਲੱਗਿਆ ਹੋਵੇ ਨਾ, ਵੇਖਿਆ ਨਾ ਕੇਲੇ ਦਾ ਬੂਟਾ, ਮਰਦ ਨੇ ਵੀ ਪ੍ਰਮਾਣ ਦਿੱਤਾ ਹੋਇਆ, ਉਹ ਝੂਲਾ ਉਹ ਚੀਰੀ ਹੈ। ਅਗਲਾ ਪ੍ਰਸੰਗ ਹੋਰ ਹੈ, ਸਾਗਤ ਸੰਗ ਨਾ ਹੀਰ। ਸਾਧਕ ਲੋਕ ਨੇ ਜਿਹੜੇ, ਉਹਨਾਂ ਦੇ ਤਾਨੇ ਕਿਹੋ ਜਿਹੇ ਹੁੰਦੇ ਆ, ਕਹਿੰਦੇ ਹਨੇਰੀ ਚੱਲਦੀ ਹੈ, ਬੇਰੀ ਦੇ ਕੰਡਿਆਂ ਦੇ ਨਾਲ ਕੇਲੇ ਦਾ ਪੱਤਾ ਚੀਰ ਚੀਰ ਹੋ ਜਾਂਦਾ, ਛਿੜਿਆ ਜਾਂਦਾ, ਢੇੜਿਆ ਜਾਂਦਾ। ਕਹਿੰਦੇ ਪੁੱਤ ਲੋਕਾਂ ਦੀਆਂ ਗੱਲਾਂ ਤਾਨਿਆਂ ਵਿਹੜਿਆਂ ਨੇ ਅੰਦਰੋਂ ਸਾੜ ਦਿੱਤਾ, ਸਾਨੂੰ ਚੀਰ ਦਿੱਤਾ ਏ। ਤੈਨੂੰ ਕਿਉਂ ਨਹੀਂ ਫਰਕ ਪੈਂਦਾ? ਜੇ ਫਰਕ ਪੈ ਜੇ ਤੇ ਗੱਲ ਦੀ ਹੈ, ਗੱਲ ਤੇ ਫਰਕ ਪਾਉਂਦੀ ਹੈ। ਮਾਂ ਰੋਏ, ਉੱਠ ਪਈ, ਕਹਿੰਦੇ ਚੰਗਾ ਫਿਰ ਤੇਰੀ ਮਰਜ਼ੀ ਹੈ, ਜੇ ਤੂੰ ਸਾਡੀ ਵੀ ਨਹੀਂ ਸੁਣਨੀ ਫਿਰ ਸੁਣੇਗਾ ਕਿਹਦੀ? ਸੰਗਤ ਤਜੋ ਫਕੀਰਨ ਕੀਰੀ ਪੰਕਤ ਬਹਿਸੋ ਗਿਆਤ ਨਹਿਰੀ। ਇਹ ਬਦਲ ਕਹਿ ਕੇ ਮਾਂ ਉੱਠੀ ਗੁੱਸੇ ਚ, ਨਹੀਂ ਬੋਲੇ ਸਭ। ਬਸ ਪੁੱਤ ਤੈਨੂੰ ਆਖਰੀ ਵਾਰ ਕਿਹਾ, ਫਕਰਾਂ ਫੁਕਰਾਂ ਦੀ ਸੰਗਤ ਛੱਡ ਦੇ, ਖਬਰਦਾਰ ਜੇ ਕਿਸੇ ਸਾਧ ਕੋਲ ਗਿਆ। ਪਹਿਲਾਂ ਮਾਂ ਮਨਾਉਂਦੀ ਹੁੰਦੀ ਆ, ਫਿਰ ਦੂਜੇ ਤਰ੍ਹਾਂ ਸਿੱਧੀ ਵੀ ਹੋ ਜਾਂਦੀ ਆ। ਆਖੋ ਸਤਨਾਮ, ਇਹ ਤਰੀਕਾ ਹੀ ਹੁੰਦਾ ਮਾਂ ਬਾਪ ਦਾ। ਮਾਪੇ ਪਹਿਲਾਂ ਬੜੇ ਪਿਆਰ ਨਾਲ ਪੂਛ ਕਰਦੇ, ਨਹੀਂ ਮੰਨਦਾ ਨਾ, ਫਿਰ ਤੇ ਹਵਾਈ ਚੱਪਲ ਪਤਾ ਨਹੀਂ ਕਿੱਧਰ ਆਉਂਦੀ ਹੈ, ਇਹ ਵੀ ਨਹੀਂ ਪਤਾ ਲੱਗਦਾ। ਮਾਤਾ ਝਟਕ ਕੇ ਬਹਿ ਗਏ, ਕਹਿੰਦੇ ਕੋਈ ਨਹੀਂ, ਕਰ ਲਾ ਨੀਂਦਾਂ ਪੂਰੀਆਂ ਪੁੱਤ, ਕੱਲ ਨੂੰ ਜਾ ਕੇ ਵਿਖਾਈ, ਫਿਰ ਨਿਕਲ ਹੀ ਘਰ ਤੋਂ ਬਾਹਰ। ਗੁਰੂ ਸਾਹਿਬ ਨੂੰ ਫਿਰ ਕੋਈ ਫਰਕ ਨਹੀਂ, ਆਨੰਦ ਸੁਣ ਰਹੇ ਨੇ ਵੀ ਇਹ ਸਭ ਮਾਇਆ ਦਾ ਮੋਹ ਹੈ, ਮਾਇਆ ਦਾ ਪਰਦਾ ਪਿਆ ਹੋਇਆ। ਮਾਤਾ ਪਿਤਾ ਦੇ ਉੱਤੇ ਤਾਂ ਰੋਂਦੇ ਤੜਫਦੇ ਆ। ਮਾਂ ਕਹਿੰਦੀ ਪੁੱਤ
फकीरां दा संग छड्ड दे घर बसा ला अपना। इन्हां लोकां ने तैनूं किसे जोगा छड्डना नहीं। क्यों निज निज कर ही सो काजा, त्यों तुम करहो तात लख लाजा। पुत लोकां दी लाज कर लै। लाज नाम हुंदा शर्म, लज्जिया। देखो एक सोचण वाली गल है, कोई फकीर घरे आ जाए, बंदे लोग मत्था टेकते फिरदे आ ना, ओ संत ओ साधु, पर कोई चाहुंदा मेरा पुत फकीर बने, मेरा पुत संत बने, मेरा पुत चूड़ा पावे ना। ये चीज़ां सिर्फ लोगों को बाहरों बाहरों देखण दिखाउण ते सोहणियां लगदियां ने। घरे नहीं कोई चाहुंदा भी सिੱਖੀ साडे बच्चे आ जाए, किते साडे बच्चे बाणी पढ़दे होण, सहज पाठ करदे होण। ये सच है कौड़ा, जिन्नियां मर्जी फुकरियां मारी जाओ, उहनूं की है, साडे आए हुंदा जी आए हुंदा जी, कोई नहीं चाहुंदा। कदे किसी ने चाहे मेरे बच्चे केसांधारी होण, पंज प्यारियां कोल पेश होण जाके, नहीं, बस लोगों के बच्चे सोहने लगते, उन्हें अमृत छकिया होया है, फलाना बच्चा फकीर बन गया, साधु बन गया, बड़ी कृपा है। ये कृपा लोगों तक ही सोहनी लगती, किते घरे ना आवे। आखो सतनाम आहाल। देखो ये वही माता माता पिता ने गुण की गल है, ਜਿਹੜੇ माँ-बाप रोज़ फकीरां नूं रोटी खवाउंदे सी घरे, याद है ना आप जी। मर्द ले आउंदे सी फकीरां साधुआं नूं, माता ने प्रशादे बनाई जाने, छकाई जाने, छकाई जाने। जद अज पुत फकीर बनन लगे फिर की हो गया, कहते छड्ड दे खैड़ा उन्हां दा, ओ वेलड़ ने। जिद्दण सेक अपने घरे आ जाए ना, दुख पराए दा पता लगदा ही उदों। आखो सतनाम सच। कौन जाने पीर पराई, पराई पीड़ा कौन जानता है, पराया दुख कौन जानता है। लोग कहते फलाना साध हो गया, फलाना फकीर हो गया, कोई चाहता है। अज भगत सिंह दीयां गल्लां बड़ियां करदे आ, बोर्ड ला के लोग राजनीति चमकाउंदे फिरदे आ। कोई चाहता उहदा पुੱਤ भगत सिंह बने, 18 साल दा गल फाहा पावे, चाहता कोई? दसो किहड़ा चाहता है? कोई आखे बाबा अजीत सिंह मेरा पुੱਤਰ बने, जंग युद्ध विच अगे होके लड़े, है कोई इहो जिहा? कोई नहीं। ये गल्लां सिर्फ सुणन सुणाउण विच ही सानूं चंगीआं लगदियां ने, अपने ते असीं कदे ढाल ही नहीं सकते। ये दोगलापना व्यक्ति हर बंदे दा दुनिया दे विच, हर संसारी बंदा इहो जिहा हुंदा है। वो कहता ठीक है गुरु घर जावांगे, मत्था टेक के आवांगे, पर साडा घर नहीं गुरुद्वारा बनना चाहिए। साडे घर ना कोई आके लंगर छके, असीं भावें 20 लंगरां च गेड़ा दे आईए। आह हालत है साडी, किते ना किते इत्थे खड़े आ। पर जिन्हां परिवारां ते गुरु साहब की कृपा ना, उन्हां दे बच्चे भी गुरसिख बने आ, रहमतां बड़ियां ने, बंदगी बड़ी है, सिमरन बड़ा है। गुरु ग्रंथ साहिब महाराज दा प्रकाश भी ना कर, जिथे गुरु साहब की सिੱਖੀ है, जिथे कृपा है। माता जी ने स्पष्ट कहता, कहते खबरदार जे कोई साध इत्थे आया करे। मैं ते क्या चल कोई नहीं, फकीर आउंदे रोटी खवा दो, मैनूं की पता सी मेरा पुੱਤ भी फकीर बन जाऊ। साडा होया ना सोचदे आ कि मैं उदों रोक लैंदी अपने पुੱਤ नूं फकरां सारा कुछ जाण तों, अज ये दिन देखणे पैंदे ना। सुने सबे बच जी कह माता, चेतन न लगिया को बता। कहते माता दे कहे होए बोल, भाई बाला जी कहते मेरे सतगुर प्यारे दे मन नूं रत्ती मात्र भी नहीं लगे। आखो सतनाम। इधरों आए इधर नूं गए, फर्क ही कोई नहीं। मां निकली कमरे तो बाहर, चुल्हे चौके ते आके हुण सुभाअ ही एक माफ करे जो सुभाअ की गल करन लगा, कोई माड़ा नहीं हुंदा। बीबियां नूं आदत हुंदी बुड़ बुड़ करन दी, अजकल बंदियां नूं की है सामने नहीं बोलना कुछ, बस वो सिमरन चलाई रखना, दगड़ 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 दगड़। अगला भी समझ जाता यार चुप्पी ठीक है, कल बोल के पंगा लेना। हुण गुरु साहब दे माता माता त्रिपदा जी अपने पुੱਤ नूं बोल रहे ने, इत्थे अगे उन्हां जिक्र कीता होया है, उन्होंने कहते बड़ा रहे ने, बोली जाना है, उच्ची नहीं बोलना। घुसर घुसर जी तो पता लग जाता है भी सेक बाबा लग्या होया। सतनाम। ते मर्द सच्चे पातशाह ने चादर ला के वेखी मां गई, फिर लैनी चादर। कहते कोई नहीं माता, जिहड़ा काम करना ही नहीं फिर धक्का थोड़ी है। मानी मन सोचया आपां नहीं करना, कोई काम नहीं करना। ते मां भांडे मांजदी, भांडिਆਂ ਦੇ गुस्सा सुभाव गल है, भैणां दा काम हुंदा है। लड़ाई घर वाले नाल होवे, जवाकां नाल होवे, रसोई जाके भांडे खलारदी फिरी जाऊ, कदे इधर कदे उधर, कपड़े मारे जवाकां दे गुस्से च चक चक के मशीन तो धो लिया करो, मार लिया करो, जराबां पईयां फलाना पिया हुंदा घरां च। ਉਹ ਕੀ ਹੁੰਦਾ ਹੈ ਵੀ ਗੁੱਸਾ ਵਾਵਾ ਹੀ ਹੈ, ਨਿਕਲਦਾ ਕਿੱਥੇ ਹੈ ਆਂਢੀ ਗੁਆਂਢੀ ਤੇ। ਆਖੋ ਸਤਨਾਮ। ਹੁੰਦਾ ਕਿਸੇ ਦਾ ਲੱਥ ਕਿਸੇ ਤੇ ਜਾਂਦਾ ਹੈ। ਕਹਿੰਦੇ ਉਧਰੋਂ ਪਿਤਾ ਜੀ ਆ ਗਏ ਗੁਰੂ ਸਾਹਿਬ ਦੇ, ਉਹਨਾਂ ਨੇ ਵੇਖਿਆ, ਕਿਉਂਕਿ ਉਹਨਾਂ ਨੇ ਅੱਗੇ ਕੋਈ ਗੱਲ ਕਹਿਣੀ ਹੁੰਦੀ, ਵੇਖ ਤੇਰਾ ਪੁੱਤ ਕਹੇ ਕੰਮ ਦਾ ਨਹੀਂ,
इनू काम ला के दे। अज पिता जी भी नहीं बोले, उन्हें वेख्या पहले ही गर्म ने, क्योंकि माता जी इको गल कहते, आवे कोई फकीर है इत्थे, बड़े कोई साध है इत्थे, ते तू जाके वखंड सवेरे। ते गुरु साहब बड़े आनंद च पे, उन्होंने ना कोई हाँ ना कोई हूँ, ना कोई लड़े ना कोई बोले ना कोई हामी भरी। पर माता जी अंदरों बड़े परेशान ने, अंदरों बड़े दुखी ने, नाले कही जाते हे मेरे अरबा मेरे पुत्र नूं सलाही, ਇਹਦੇ ਖਾने पाई कोई गल, ਇਹਨੂੰ किते समझ आ जाए, किते सोची आ जाए। गल्लां गल्लां ते ताने जे मार मार रब नूं मां पुੱਤ ਨੂੰ समझाई ਜਾਂਦੀ आ, खुद सतनाम। पर गुरु साहब ਨੂੰ कोई फर्क नहीं, वो रब परमात्मा ने, वो संसारी ने जो समा समाप्त हो गया, माफी, क्योंकि कई बार समा ऊपर चले जाता है। जिवें जिवें महाराज सच्चे पातशाह कृपा करनगे ना, ये उस वेले दी गलबात दा जिक्र भाई बादल जी करदे आ भी इन्ने हालात बद तो बदतर सी, अज किसी बच्चे नाल इन्नी होई होवे रह कोई बैठ करे कोई। किड्डी वड्डी सहनशीलता है, दसना ये चाहुंदे आ, एडी सहनशीलता जीवन विच आ जाए ते जीवन स्वर्ग है, आनंद है। वाहे गुरु वाहे गुरु वाहे गुरु।